ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 8ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਰੀਡਰ, ਉਸ ਦਾ ਲੈਸਨ ਨੰਬਰ 1 ਪ੍ਰੋਜ਼ ਪਾਰਟ 1 ਅਬਦੁਲ ਹਮੀਦ, ਤੇ ਉਸ ਦੀ ਐਕਸਰਸਾਈਜ਼ ਵਿੱਚ ਸੈਕਸ਼ਨ ਹੈ ਗ੍ਰਾਮਰ ਇਨ ਯੂਜ਼। ਸੋ ਬੜਾ ਹੀ ਮਹੱਤਵਪੂਰਨ ਬੱਚਿਓ ਵੀਡੀਓ ਹੈ। ਇਹਦੇ ਵਿੱਚ ਅਸੀਂ ਟੈਂਸਿਸ ਦੀ ਗੱਲਾਂ ਸਿੱਖਾਂਗੇ ਤੇ ਕੁਝ ਉਦਾਹਰਣ ਵੀ ਨੇ ਤੇ ਨਾਲ ਐਕਸਰਸਾਈਜ਼ ਵੀ ਨੇ, ਉਹ ਹੱਲ ਕੀਤੀਆਂ ਹੋਈਆਂ ਤੇ ਤੁਸੀਂ ਨੋਟਬੁੱਕ ਅਤੇ ਪੈਨ ਲੈ ਕੇ ਸਾਰੀ ਗੱਲਾਂ ਨੂੰ ਨੋਟ ਕਰ ਲੈਣਾ ਹੈ। ਅੱਗੇ ਵਧਣ ਤੋਂ ਪਹਿਲੇ ਦੱਸ ਦਵਾਂ ਬੱਚਿਓ, 8ਵੀਂ ਜਮਾਤ ਦੇ ਨਾਲ ਹੀ ਸੰਬੰਧਿਤ ਪਲੇਲਿਸਟਾਂ ਹੋਰ ਵੀ ਹੈਗੀਆਂ ਇਸੇ ਚੈਨਲ ਦੇ ਉੱਤੇ, ਜਿੱਦਾਂ 8th ਮੈਥ, ਜੇ ਤੁਹਾਡੀ ਮੈਥ ਦੀ ਸਾਰੀ ਕਿਤਾਬ ਹੱਲ ਕਰਕੇ ਪਾ ਦਿੱਤੀ ਗਈ ਹੈ। 8th ਮੈਥ ਨੋਟਸ, ਗਣਿਤ ਦੇ ਸਾਰੇ ਸਿਧਾਂਤ, ਮੈਥਮੈਟਿਕਸ ਦੇ ਸਾਰੀ ਜਿਹੜੀ ਇੰਪੋਰਟੈਂਟ ਗੱਲਾਂ ਨੇ ਚੈਪਟਰ ਚੋਂ ਡਿਟੇਲ ਵਿੱਚ ਸਮਝਾਈਆਂ ਗਈਆਂ ਨੇ। ਤੇ ਇੱਕ ਹੋਰ ਹੈਗੀ ਹੈ 8th ਸਾਇੰਸ, ਤੇ ਉਹ ਸਾਇੰਸ ਦੀ ਬੁੱਕ ਵੀ ਸਾਰੀ ਜਿਹੜੀ ਹੈ ਉਹ ਤਿਆਰ ਕਰਕੇ ਨੋਟਸ ਬਣਾ ਕੇ ਐਕਸਰਸਾਈਜ਼ ਹੱਲ ਕਰਕੇ ਪਾ ਦਿੱਤੀਆਂ ਗਈਆਂ। ਸੋ ਤੁਸੀਂ ਆਪਣੀ ਲੋੜ ਦੇ ਮੁਤਾਬਕ ਉਹਨਾਂ ਦਾ ਲਾਹਾ ਵੀ ਲੈ ਸਕਦੇ ਹੋ। ਸੋ ਆਓ ਸ਼ੁਰੂ ਕਰੀਏ। ਪ੍ਰੋਜ਼ 1 ਗ੍ਰਾਮਰ ਇਨ ਯੂਜ਼। ਸੋ ਪਹਿਲੇ ਜਾਣਕਾਰੀ ਦਿੱਤੀ ਹੈ ਤੁਹਾਡੀ ਸੈਕਸ਼ਨ ਵਿੱਚ, ਫਾਰਮ ਆਫ ਦੀ ਵਰਬ ਅਰਥਾਤ ਕਿਰਿਆ ਦਾ ਰੂਪ, ਦੈਟ ਸ਼ੋਜ਼ ਦੀ ਟਾਈਮ ਆਫ ਦੀ ਐਕਸ਼ਨ, ਜਿਹਦੇ ਰਾਹੀਂ ਇਹ ਪਤਾ ਲੱਗੇ ਕਿ ਜੋ ਕਿਰਿਆ ਹੈ ਕਿਸ ਵੇਲੇ ਕੀਤੀ ਗਈ ਹੈ, ਇਜ਼ ਕਾਲਡ ਦੀ ਟੈਂਸ। ਇਹ ਬੱਚੋ ਇੱਕ ਲਾਈਨ ਯਾਦ ਕਰ ਲਓ, ਕੰਠ ਕਰ ਲਓ, ਰੱਟਾ ਲਾ ਲਓ, ਬੜੀ ਮਹੱਤਵਪੂਰਨ ਹੈ ਵੀ ਟੈਂਸ ਹੁੰਦਾ ਕੀ ਹੈ। ਵੀ ਜਿਹੜੀ ਕਿਰਿਆ ਦਾ ਰੂਪ ਸਮੇਂ ਦੇ ਬਾਰੇ ਦੱਸੇ ਵੀ ਇਹ ਕਿਰਿਆ ਕਦੋਂ ਹੋਈ ਸੀਗੀ, ਉਹਨੂੰ ਕਿਹਾ ਜਾਂਦਾ ਹੈ ਟੈਂਸ। ਸੋ ਮੁੱਖ ਤੌਰ ਤੇ ਵੀ ਹੈਵ 3 ਮੇਨ ਟੈਂਸਿਸ ਇਨ ਇੰਗਲਿਸ਼। ਠੀਕ ਹੈ, ਪ੍ਰੈਜ਼ੈਂਟ ਜਿਹਨੂੰ ਕਹਿੰਦੇ ਆ ਵਰਤਮਾਨ ਕਾਲ, ਪਾਸਟ ਟੈਂਸ ਜਿਹਨੂੰ ਕਹਿੰਦੇ ਆ ਭੂਤਕਾਲ, ਤੇ ਫਿਊਚਰ ਟੈਂਸ ਜਿਹਨੂੰ ਅਸੀਂ ਕਹਿ ਦਿੰਦੇ ਆ ਭਵਿੱਖਤ ਕਾਲ। ਹੁਣ ਬੱਚੋ ਇਹਨਾਂ ਦੀ ਵੀ ਅੱਗੇ ਕਿਸਮਾਂ ਹੈਗੀਆਂ। ਇਹ ਦੇਖੋ, ਈਚ ਟੈਂਸ ਕੈਨ ਹੈਵ 4 ਡਿਫਰੈਂਟ ਫਾਰਮਸ। ਅੱਗੇ ਹਰ ਟੈਂਸ ਦੀਆਂ 4 ਕਿਸਮਾਂ ਨੇ। ਹੁਣ ਪ੍ਰੈਜ਼ੈਂਟ ਕਿਹੜੇ ਨੇ? ਪ੍ਰੈਜ਼ੈਂਟ ਇਨਡੈਫੀਨੇਟ, ਠੀਕ ਹੈ, ਇਹਨੂੰ ਪ੍ਰੈਜ਼ੈਂਟ ਸਿੰਪਲ ਟੈਂਸ ਵੀ ਕਹਿ ਦਿੰਦੇ ਆ। ਤੇ ਇਹਦੇ ਵਿੱਚ ਜਾਂ ਤੇ ਵਰਬ ਦੀ ਪਹਿਲੀ ਫਾਰਮ ਲੱਗਦੀ ਹੈ ਤੇ ਜਾਂ ਵਰਬ ਦੇ ਨਾਲ ਐਸ ਲੱਗਦਾ ਹੈ। ਐਸ ਕਦੋਂ ਲੱਗਦਾ ਬੱਚਿਓ? ਹੀ, ਸ਼ੀ, ਇਟ ਹੋਵੇ, ਜਦੋਂ ਸਿੰਗੂਲਰ ਨਾਊਨ ਜਾਂ ਸਿੰਗੂਲਰ ਪ੍ਰੋਨਾਊਨ ਹੋਵੇ ਤਾਂ ਨਾਲ ਵਰਬ ਦੇ ਐਸ ਲੱਗਦਾ ਹੈ। ਠੀਕ ਹੈ, ਫਿਰ ਹੈਗਾ ਪ੍ਰੈਜ਼ੈਂਟ ਕੰਟੀਨਿਊਅਸ, ਉਹਦੇ ਵਿੱਚ ਇਜ਼, ਐਮ, ਆਰ ਲੱਗਦਾ ਹੈ। ਠੀਕ ਹੈ, ਤੇ ਨਾਲ ਜਿਹੜਾ ਵਰਬ ਹੈ ਉਹਦੇ ਨਾਲ ਆਈਐਨਜੀ ਲੱਗ ਜਾਂਦਾ ਹੈ, ਰਾਈਟਿੰਗ, ਸਲੀਪਿੰਗ, ਪਲੇਇੰਗ, ਥਿੰਕਿੰਗ। ਠੀਕ ਹੈ, ਫਿਰ ਅਗਲਾ ਹੈਗਾ ਪ੍ਰੈਜ਼ੈਂਟ ਪਰਫੈਕਟ ਟੈਂਸ, ਉਹ ਚ ਬੱਚੋ ਹੈਜ਼ ਲੱਗਦਾ ਹੈ ਜਾਂ ਹੈਵ ਲੱਗਦਾ ਹੈ, ਤੇ ਨਾਲ ਥਰਡ ਫਾਰਮ ਲੱਗਦੀ ਹੈ ਰਿਟਨ, ਪਲੇਡ, ਸਲੈਪਟ, ਈਟਨ। ਠੀਕ ਹੈ, ਥੌਟ। ਤੇ ਹੈਜ਼ ਲੱਗਦਾ ਬੱਚਿਓ ਸਿੰਗੂਲਰ ਨਾਊਨ ਜਾਂ ਸਿੰਗੂਲਰ ਪ੍ਰੋਨਾਊਨ ਦੇ ਨਾਲ, ਹੀ, ਸ਼ੀ, ਇਟ ਜਾਂ ਸਿੰਗੂਲਰ ਨਾਊਨ ਦੇ ਨਾਲ, ਤੇ ਪਲੂਰਲ ਦੇ ਨਾਲ ਲੱਗਦਾ ਹੈ ਆਪਣਾ ਹੈਵ। ਯੂ ਦੇ ਨਾਲ ਵੀ ਹੈਵ ਲੱਗਦਾ ਹੈ, ਆਈ ਦੇ ਨਾਲ ਵੀ ਹੈਵ ਲੱਗਦਾ ਹੈ, ਵੀ ਨਾਲ ਵੀ ਹੈਵ ਲੱਗਦਾ ਹੈ, ਦੇ ਨਾਲ ਵੀ ਹੈਵ ਲੱਗਦਾ ਹੈ। ਪ੍ਰੈਜ਼ੈਂਟ ਪਰਫੈਕਟ ਕੰਟੀਨਿਊਅਸ ਟੈਂਸ, ਇਹ ਬੱਚਿਓ ਤੁਹਾਡੀ ਕਿਤਾਬ 'ਚ ਇਦਾਂ ਛਪਿਆ ਜੋ ਲੱਗਦਾ ਮਿਸਪ੍ਰਿੰਟਿੰਗ ਹੋ ਗਈ, ਗਲਤੀ ਹੈ। ਸੋ ਪ੍ਰੈਜ਼ੈਂਟ ਮੈਂ ਤਾਂ ਇਹਨੂੰ ਲਾਲ ਕਰ ਦਿੱਤਾ ਵੀ ਤੁਸੀਂ ਚੁਕੰਨੇ ਹੋ ਜਾਓ ਵੀ ਤੁਹਾਡੀ ਕਿਤਾਬ ਵਿੱਚ ਹੈ ਮਿਸਪ੍ਰਿੰਟਿੰਗ ਹੋ ਗਈ ਹੈ। ਸੋ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਅਸ ਦੀ ਜਿਹੜੀ ਫਾਰਮ ਹੈਗੀ ਉਹ ਹੈਗੀ ਹੈ ਹੈਜ਼, ਹੈਵ ਜਮਾ ਬੀਨ ਤੇ ਨਾਲ ਫਿਰ ਵਰਬ ਲੱਗ ਕੇ ਆਈਐਨਜੀ ਲੱਗ ਜਾਂਦਾ ਹੈ। ਹੈਜ਼ ਬੀਨ ਥਿੰਕਿੰਗ, has been digging, has been playing, have been eating, have been brooding, have been worrying। ਠੀਕ ਹੈ, ਸੋ ਪ੍ਰੈਜ਼ੈਂਟ ਪਰਫੈਕਟ ਜਿਹੜਾ ਹੈ ਟੈਂਸ ਹੈ ਉਹ ਹੈਜ਼, ਹੈਵ ਲੱਗ ਕੇ, ਹੈਜ਼ ਜਾਂ ਹੈਵ ਲੱਗ ਕੇ ਨਾਲ ਬੀਨ ਤੇ ਨਾਲ ਵਰਬ ਦੇ ਨਾਲ ਆਈਐਨਜੀ ਲੱਗਦਾ ਹੈ। ਇਹ ਬੱਚਿਓ ਸਾਰੀ ਗੱਲਾਂ ਨੂੰ ਚੰਗੀ ਤਰ੍ਹਾਂ ਨੋਟ ਕਰ ਲੈਣਾ। ਔਰ ਇਹ ਗੱਲ ਤੇ ਮੈਂ ਉਜਾਗਰ ਕਰ ਦਿੱਤੀ ਹੈ ਕਿਤਾਬ 'ਚ, ਤਾਂ ਲਿਖਿਆ ਜੋ ਕਿ ਮਿਸਪ੍ਰਿੰਟਿੰਗ ਹੈ ਤੇ ਅਸਲ ਗੱਲ ਇਹ ਹੈਗੀ ਹੈ। ਠੀਕ ਹੈ, ਅੱਗੇ ਚਲੀਏ। ਦੂਜਾ ਹੈ ਬੱਚਿਓ ਪ੍ਰੈਜ਼ੈਂਟ ਸੌਰੀ, ਹੁਣ ਪਾਸਟ ਟੈਂਸ ਦੀ 4 ਕਿਸਮਾਂ ਆ ਗਈਆਂ। ਪਾਸਟ ਇਨਡੈਫੀਨੇਟ, ਇਹ 'ਚ ਸੈਕਿੰਡ ਫਾਰਮ ਲੱਗਦੀ ਹੈ, ਰਾਈਟ ਦਾ ਰੋਟ, ਗੋ ਦਾ ਵੈਂਟ, ਈਟ ਦਾ ਏਟ, ਥਿੰਕ ਦਾ ਥੌਟ, ਸੈਕਿੰਡ ਫਾਰਮ। ਠੀਕ ਹੈ, ਫਿਰ ਆ ਗਿਆ ਪਾਸਟ ਕੰਟੀਨਿਊਅਸ ਟੈਂਸ, ਇਹ 'ਚ ਵਾਜ਼ ਵਰ ਲੱਗ ਜਾਏਗਾ, ਜਿੱਦਾਂ ਉਹਦੇ ਵਿੱਚ ਸੀਗਾ ਇਜ਼, ਐਮ, ਆਰ, ਇਹ 'ਚ ਹੈਗਾ ਵਾਜ਼ ਜਾਂ ਵਰ ਤੇ ਜਮਾ ਨਾਲ ਵਰਬ ਦੀ ਫਸਟ ਫਾਰਮ ਲਗਾ ਕੇ ਆਈਐਨਜੀ, ਰਾਈਟਿੰਗ, ਥਿੰਕਿੰਗ, ਸਲੀਪਿੰਗ, ਈਟਿੰਗ, ਡਰਿੰਕਿੰਗ। ਠੀਕ ਹੈ, ਫਿਰ ਆ ਗਿਆ ਪਾਸਟ ਪਰਫੈਕਟ ਟੈਂਸ, ਉੱਥੇ ਸੀਗਾ ਬੱਚੋ ਹੈਜ਼ ਔਰ ਹੈਵ, ਇੱਥੇ ਲੱਗ ਜਾਏਗਾ ਹੈਡ, ਚਾਹੇ ਸਿੰਗੂਲਰ ਹੈ, ਚਾਹੇ ਪਲੂਰਲ ਹੈ, ਚਾਹੇ ਯੂ ਹੈ, ਚਾਹੇ ਆਈ ਹੈ, ਚਾਹੇ ਵੀ ਹੈ, ਕੁਝ ਵੀ ਹੋਵੇ, ਕੱਲਾ ਹੈਡ ਲੱਗਦਾ ਹੈ। ਪ੍ਰੈਜ਼ੈਂਟ ਵਿੱਚ ਹੈਜ਼ ਜਾਂ ਹੈਵ ਦੀ ਚੋਣ ਕਰਨੀ ਪੈਂਦੀ ਹੈ। ਹੈਜ਼ ਲੱਗਦਾ ਸਿੰਗੂਲਰ ਦੇ ਨਾਲ ਤੇ ਬਾਕੀ ਸਾਰਿਆਂ ਦੇ ਨਾਲ ਫਸਟ ਪਰਸਨ ਹੋ ਜਾਏ ਜਾਂ
थर्ड पर्सन हो जाए, सैकेंड पर्सन थर्ड पर्सन प्लूरल फॉर्म हो जाए, उन्हां नाल हैव लगदा है। पास्ट परफेक्ट कॉन्टीन्यूअस, हुण बच्चों तुसीं ये निशानी रख लो, जिथे कॉन्टीन्यूअस आ जाए ना, कॉन्टीन्यूअस उत्थे ING लगेगा, ठीक है। सो इत्थे क्योंकि पास्ट हैगा ते जिथे पास्ट उत्थे हैड आएगा, ते हैड बीन राइटिंग, हैड जमा बीन जमा फर्स्ट फॉर्म लगा के ING, ठीक है। ਇਹ ਸਾਰੀਆਂ ਗੱਲਾਂ ਬੱਚਿਓ ਮੈਂ ਨਾਲ ਐਕਸਪਲੇਨ ਕਰੀ ਜਾ ਰਿਹਾ, ਬੜੇ ਧਿਆਨ ਨਾਲ ਸੁਣੋ, ਇਹ ਬੜੀਆਂ ਹੀ ਮਹੱਤਵਪੂਰਨ ਨੇ। ਹੁਣ ਆ ਗਿਆ ਬੱਚਿਓ ਫਿਊਚਰ ਟੈਂਸ ਦੀਆਂ ਚਾਰ ਕਿਸਮਾਂ। ਫਿਊਚਰ ਇੰਡੈਫੀਨਿਟ, ਇਹ 'ਚ ਲੱਗ ਜਾ ਵਿਲ ਜਾਂ ਸ਼ੈਲ ਤੇ ਜਮਾ ਫਸਟ ਫਾਰਮ, ਠੀਕ ਹੈ। ਫਿਰ ਫਿਊਚਰ ਕੰਟੀਨਿਊਅਸ, ਇਹ 'ਚ ਵਿਲ ਸ਼ੈਲ ਤੇ ਨਾਲ ਲੱਗ ਜਾ ਬੀ ਤੇ ਨਾਲ ਫਿਰ ਫਸਟ ਫਾਰਮ ਲਗਾ ਕੇ ING। ਫਿਰ ਆ ਗਿਆ ਫਿਊਚਰ ਪਰਫੈਕਟ, ਇੱਥੇ ਵੀ ਤੁਹਾਡੀ ਕਿਤਾਬ 'ਚ ਬੱਚਿਓ ਮਿਸਪ੍ਰਿੰਟਿੰਗ ਹੋਈ ਹੈ, ਬੀਨ ਦੇ ਨਾਲ ਕਦੀ ਵੀ ਥਰਡ ਫਾਰਮ ਨਹੀਂ ਆਉਂਦੀ, ਬੀਨ ਦੇ ਨਾਲ ING ਲੱਗਦੀ ਹੈ। ਸੋ ਇਹ ਵਿਲ ਸ਼ੈਲ ਬੀਨ ਰਿਟਨ ਲਿਖਿਆ ਗਿਆ ਜੋ ਕਿ ਗਲਤ ਹੈ, ਮਿਸਪ੍ਰਿੰਟਿੰਗ ਹੈ। ਸੋ ਫਿਊਚਰ ਪਰਫੈਕਟ ਦੀ ਫਾਰਮ ਕੀ ਹੁੰਦੀ ਹੈ, ਵਿਲ ਸ਼ੈਲ ਜਮਾ ਹੈਵ ਤੇ ਜਮਾ ਰਿਟਨ, ਠੀਕ ਹੈ, ਮਤਲਬ ਕਿ ਥਰਡ ਫਾਰਮ। ਥਿੰਕ ਦਾ ਥॉट, ਈਟ ਦਾ ਈਟਨ, ਗੋ ਦਾ ਗੋਨ, ਠੀਕ ਹੈ। ਸੋ ਫਿਊਚਰ ਪਰਫੈਕਟ ਦੀ ਫਾਰਮ ਹੋਏਗੀ ਵਿਲ ਸ਼ੈਲ ਹੈਵ ਜਮਾ ਥਰਡ ਫਾਰਮ, ਇਹ ਮਿਸਪ੍ਰਿੰਟਿੰਗ ਹੈ, ਠੀਕ ਹੈ। ਫਿਊਚਰ ਪਰਫੈਕਟ ਕੰਟੀਨਿਊਅਸ ਟੈਂਸ, ਹੁਣ ਦੇਖੋ ਕੰਟੀਨਿਊਅਸ ਆ ਗਿਆ ਫਿਰ ING ਲੱਗੇਗਾ। ਸੋ ਵਿਲ ਸ਼ੈਲ ਲਗਾ ਕੇ ਨਾਲ ਹੈਵ ਨਾਲ ਬੀਨ ਤੇ ਨਾਲ ਫਸਟ ਫਾਰਮ ਲਗਾ ਕੇ ING। ਇਹ ਸਾਰੀਆਂ ਗੱਲਾਂ ਨੂੰ ਤੁਸੀਂ ਆਪਣੀ ਨੋਟਬੁੱਕ ਤੇ ਇੱਕ ਬੱਚਿਓ ਚੰਗੀ ਤਰ੍ਹਾਂ ਲਿਖ ਲਵੋ, ਤੇ ਇਹ ਤਿੰਨਾਂ ਗੱਲਾਂ ਨੂੰ ਪਾਸਟ, ਪ੍ਰੈਜ਼ੈਂਟ ਟੈਂਸ, ਪਾਸਟ ਟੈਂਸ, ਫਿਊਚਰ ਟੈਂਸ ਤੇ ਸਾਰੇ ਟੈਂਸਾਂ ਦੀ ਚਾਰ ਚਾਰ ਕਿਸਮਾਂ। ਵੈਸੇ ਮੈਂ ਇੱਕ ਟੈਂਸਿਸ ਦੀ ਅਲੱਗ ਪਲੇਲਿਸਟ ਵੀ ਬਣਾਈ ਹੈ, ਤੇ ਉਹ 'ਚ ਮੈਂ ਹਲੇ 3 ਟੈਂਸ ਹੀ ਕਵਰ ਕੀਤੇ ਨੇ। ਬਾਅਦ 'ਚੋਂ ਫਿਰ ਮੈਨੂੰ ਇਹ ਦੂਜੇ ਕੰਮ ਆ ਗਏ, 9th ਔਰ 10th ਦੀ ਇੰਗਲਿਸ਼ ਮੈਂ ਕਰਨ ਲੱਗ ਗਿਆ, ਤੇ ਉਹ 'ਚ ਟਾਈਮ ਜ਼ਿਆਦਾ ਲੱਗ ਰਿਹਾ। ਮੈਂ ਸੋਚਿਆ ਜਦੋਂ ਸਿਲੇਬਸ ਦਾ ਕੰਮ ਸਾਰਾ ਪੂਰਾ ਹੋ ਜਾਏਗਾ ਫਿਰ ਮੈਂ ਟੈਂਸਿਸ ਦਾ ਕੰਮ ਪੂਰਾ ਕਰਾਂਗਾ, ਠੀਕ ਹੈ। ਸੋ ਇਹ ਤੁਸੀਂ ਉਹ 3 ਟੈਂਸ ਵੀ ਦੇਖ ਸਕਦੇ ਹੋ, ਉਹ 'ਚ ਬਹੁਤ ਸਾਰੇ ਉਦਾਹਰਨ ਦਿੱਤੇ ਨੇ। ਹੁਣ ਬੱਚਿਓ ਆ ਗਈ ਐਕਸਰਸਾਈਜ਼, ਇਹ ਗੱਲ ਸਮਝ ਲਈ ਆਪਾਂ। ਕਹਿੰਦੇ ਸੇ ਦੀ ਟੈਂਸ ਆਫ ਈਚ ਸੈਂਟੈਂਸ, then change the sentence into the corresponding past form। ਕਹਿੰਦੇ ਥੱਲੇ ਸੈਂਟੈਂਸ ਦਿੱਤੇ ਨੇ, ਉਹ ਦੱਸੋ ਕਿਹੜਾ ਟੈਂਸ ਹੈਗਾ, ਉਹ ਚੋਂ ਦੇਖ ਕੇ ਪਛਾਣ ਕੇ ਤੇ ਉਸ ਸੈਂਟੈਂਸ ਨੂੰ ਪਾਸਟ ਟੈਂਸ ਦੇ ਵਿੱਚ ਤਬਦੀਲ ਕਰੋ। ਹੁਣ ਬੱਚਿਓ ਮੈਂ ਪਹਿਲਾ ਸੈਂਟੈਂਸ ਤੇ ਨਾਲ ਆਨਸਰ ਲਿਖਿਆ, ਦੇਖੋ ਸੋਲਜਰਸ ਆਰ ਫਾਈਟਿੰਗ ਐਟ ਦੀ ਬਾਰਡਰ। ਹੁਣ ਬੱਚਿਓ ING ਦਾ ਮਤਲਬ ਕੰਟੀਨਿਊਅਸ, ਦਿਮਾਗ 'ਚ ਰੱਖ ਲਓ, ਜਿੱਥੇ ING ਆ ਜਾਏ ਕੰਟੀਨਿਊਅਸ ਲੱਗੇਗਾ ਹੀ। ਹੁਣ ਆਰ ਇਜ਼ ਐਮ ਆਰ ਕਿਹੜਾ ਹੁੰਦਾ, ਪ੍ਰੈਜ਼ੈਂਟ। ਸੋ ਜਵਾਬ ਆ ਗਿਆ ਪ੍ਰੈਜ਼ੈਂਟ ਕੰਟੀਨਿਊਅਸ ਟੈਂਸ। ਹੁਣ ਇਹਨੂੰ ਅਸੀਂ ਤਬਦੀਲ ਕਰਨਾ ਹੈ ਉਹਦੇ ਵਿੱਚ ਪਾਸਟ ਟੈਂਸ ਵਿੱਚ, ਤੇ ਆਰ ਦਾ ਲੱਗ ਜਾਏਗਾ ਵਰ, ਬਸ। ਸੋ ਆਨਸਰ ਆ ਗਿਆ ਸੋਲਜਰਸ ਵਰ ਫਾਈਟਿੰਗ ਐਟ ਦੀ ਬਾਰਡਰ, ਇਹ ਹੋ ਗਿਆ ਸਾਡਾ ਜਵਾਬ। ਦੂਜਾ ਸੈਂਟੈਂਸ ਹੈ ਵਾਰ ਹੈਜ਼ ਬੀਨ ਗੋਇੰਗ ਸਿੰਸ ਲੌਂਗ, ਗੋਇੰਗ ਹੈਗਾ ਕੰਟੀਨਿਊਅਸ ਆਏਗਾ। ਹੈਜ਼ ਦਾ ਮਤਲਬ ਕੀ ਹੈ, ਪ੍ਰੈਜ਼ੈਂਟ ਹੈਗਾ, ਤੇ ਜਿੱਥੇ ਹੈਜ਼ ਹੈਵ ਹੈਡ ਆ ਜਾਏ ਉੱਥੇ ਪਰਫੈਕਟ ਵੀ ਲੱਗ ਜਾਂਦਾ ਨਾਲ, ਠੀਕ ਹੈ। ਸੋ ਬੱਚਿਓ ਇਹ ਹੋ ਗਿਆ ਪਰਫੈਕਟ। ਸੋ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਅਸ ਟੈਂਸ। ਹੁਣ ਅਸੀਂ ਇਹਨੂੰ ਕਰਨਾ ਹੈ ਪਾਸਟ ਟੈਂਸ ਵਿੱਚ। ਪਾਸਟ ਟੈਂਸ ਵਿੱਚ ਬੱਚਿਓ ਦੇਖੋ ਬੀਨ ਗੋਇੰਗ ਉਦਾਂ ਹੀ ਰਹੇਗਾ, ਹੈਜ਼ ਦਾ ਬਣ ਜਾਏਗਾ ਹੈਡ, ਵਾਰ ਹੈਡ ਬੀਨ ਗੋਇੰਗ ਔਨ ਸਿੰਸ ਲੌਂਗ। ਕਿੰਨਾ ਸੌਖਾ ਹੈ ਬੱਚਿਓ। ਹੁਣ ਦੇਖੋ ਤੀਸਰਾ ਉਦਾਹरण, ਮੇਰੀ ਐਕਸਰਸਾइज, तीसरी एक्सरसाइज, अब्दुल हमीद फायर्स एट दी पाकिस्तानी टैंक्स। फायर्स की आ गया बच्चों, ਇਹ ਕੀ ਹੋ ਗਿਆ, ਵਰਬ ਦੇ ਨਾਲ ਐਸ ਲੱਗ ਗਈ, ਤੇ ਉਹ ਕਿਹਦੇ ਵਿੱਚ ਆਉਂਦਾ ਪ੍ਰੈਜ਼ੈਂਟ ਇਨਡੈਫੀਨੇਟ। ਸੋ ਆ ਗਿਆ ਪ੍ਰੈਜ਼ੈਂਟ ਇਨਡੈਫੀਨੇਟ। ਸੋ ਫਾਇਰ ਦੀ ਸੈਕੰਡ ਫਾਰਮ ਕੀ ਨੇ, ਫਾਇਰਡ। ਸੋ ਇੱਥੇ ਆ ਗਿਆ ਫਾਇਰਡ, ਇਹ ਬਣ ਗਿਆ ਪਾਸਟ ਟੈਂਸ। ਅਬਦੁਲ ਹਮੀਦ ਫਾਇਰਡ ਐਟ ਦੀ ਪਾਕਿਸਤਾਨੀ ਟੈਂਕਸ। ਦੇ ਵਾਂਟ ਟੂ ਅਟੈਕ ਆਵਰ ਕੰਟਰੀ। ਵਾਂਟ ਕਿਹੜੀ ਫਾਰਮ ਹੈ ਬੱਚਿਓ, ਫਸਟ ਫਾਰਮ ਹੈ। ਸੋ ਪ੍ਰੈਜ਼ੈਂਟ ਇਨਡੈਫੀਨੇਟ, ਕਿਉਂਕਿ ਦੇ ਬਹੁਵਚਨ ਹੈ, ਦੇ ਪਲੂਰਲ ਹੈ, ਇਸ ਕਰਕੇ ਐਸ ਨਹੀਂ ਲੱਗੇਗਾ, ਠੀਕ ਹੈ ਨਾ। ਪਰ ਅਬਦੁਲ ਹਮੀਦ ਇੱਕ ਹੈਗਾ, ਸਿੰਗੂਲਰ ਹੈਗਾ, ਇਸ ਕਰਕੇ ਫਾਇਰ ਦੇ ਨਾਲ ਐਸ ਲੱਗ ਗਿਆ, ਠੀਕ ਹੈ। ਇੱਥੇ ਦੇ ਹੈਗਾ, ਦੇ ਨਾਲ ਵਾਂਟ ਲੱਗ ਗਿਆ। ਜੇ ਹੁੰਦਾ ਹੀ ਜਾਂ ਸ਼ੀ ਤੇ ਫਿਰ ਕੀ ਹੋਣਾ ਸੀਗਾ, ਵਾਂਟਸ, ਪਰ ਦੇ ਹੈਗਾ ਇਸ ਕਰਕੇ ਵਾਂਟ। ਸੋ ਦੇ ਵਾਂਟ ਟੂ ਅਟੈਕ ਅਵਰ ਕੰਟਰੀ ਆ ਗਿਆ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ, ਤੇ ਵਾਂਟ ਦਾ ਬਣ ਜਾਏਗਾ ਵਾਂਟਡ, ਇਹ ਬਣ ਗਿਆ ਪਾਸਟ ਟੈਂਸ। ਦੇ ਵਾਂਟਡ ਟੂ ਅਟੈਕ ਅਵਰ ਕੰਟਰੀ। ਫਿਰ ਆ ਗਿਆ ਬੱਚਿਓ ਵਨ ਸ਼ੈਲ। ਹੁਣ ਦੇਖੋ ਬੱਚਿਓ ਇੱਥੇ ਈ ਹੈਗਾ, ਭੁਲੇਖਾ ਨਾ ਖਾਓ, ਇਹ ਨਹੀਂ ਹੈਗਾ। ਜੇ ਸ਼ੈਲ SHAL ਹੁੰਦਾ ਫਿਰ ਉਹ ਕੀ ਬਣ ਜਾਂਦੀ, ਆਕਸੀਲਰੀ ਵਰਬ ਫॉर ਦੀ ਫਿਊਚਰ ਟੈਂਸ, ਠੀਕ ਹੈ। ਹੈਗਾ ਸ਼ੈਲ, ਇਹਦਾ ਮਤਲਬ ਕਿ ਗੋਲਾ, ਬੰਬ ਦਾ ਗੋਲਾ। ਵਨ ਸ਼ੈਲ ਹਿਟਸ ਹਿਜ਼ ਜੀਪ,
देखो वन है ना, वन शैल की है सिंगुलर हैगा, सो हिट दे नाल आ गया एस, वर्ब दे नाल एस लग गया। ते जिहड़ी फर्स्ट फॉर्म होवे या फर्स्ट फॉर्म नाल एस होवे ਉਹਨੂੰ ਕਹਿੰਦੇ ਆ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ। ਤੇ ਹਿਟ ਦਾ ਬੱਚਿਓ ਸੈਕਿੰਡ ਫਾਰਮ ਹਿਟ ਹੀ ਰਹਿੰਦੀ ਹੈ। ਬੜੇ ਸਾਰੇ ਸ਼ਬਦ ਐਸੇ ਨੇ ਜਿਨ੍ਹਾਂ ਦੀ ਵਰਬ ਫਾਰਮ ਚੇਂਜ ਨਹੀਂ ਹੁੰਦੀ, ਕਈਆਂ ਵਿੱਚ ਉਚਾਰਨ ਵੀ ਚੇਂਜ ਨਹੀਂ ਹੁੰਦਾ, ਸਪੈਲਿੰਗ ਵੀ ਚੇਂਜ ਨਹੀਂ ਹੁੰਦੀ। ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ, ਜਿਹਦਾ CUT ਕੱਟ, ਕੱਟ ਕੱਟ ਕੱਟ, ਤਿੰਨੋਂ ਫਾਰਮ 'ਚ ਉਹੀ ਹੈਗਾ, ਹਿਟ 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 ਹਿਟ, ਇਹੀ ਫਾਰਮ ਹੈਗੀ ਹੈ। ਹੁਣ ਜਿਹਦਾ ਰੀਡ ਹੈ, ਹੁਣ ਤਿੰਨੋਂ ਸਪੈਲਿੰਗ ਹੋਣਗੇ ਸੇਮ, ਰੀਡ, ਪਰ ਉਹਨੂੰ ਫਿਰ ਬੋਲਣਾ ਕਿਹਦਾ, ਰੈਡ ਰੈਡ, ਰੀਡ ਰੈਡ ਰੈਡ, ਉਚਾਰਨ ਚੇਂਜ ਹੋ ਜਾएगा। ठीक है बच्चों। सो बच्चों हिट ਦਾ ਰਹਿ ਗਿਆ ਹਿਟ, ਪਰ ਐਸ ਹਟ ਜਾਏਗਾ, ਕਿਉਂਕਿ ਜਿਹੜਾ ਐਸ ਹੈਗਾ ਬੱਚਿਓ ਉਹ ਸਿਰਫ ਪ੍ਰੈਜ਼ੈਂਟ ਇਨਡੈਫੀਨਿਟ ਵਿੱਚ ਲੱਗਦਾ, ਪਾਸਟ ਵਿੱਚ ਨਹੀਂ ਲੱਗਦਾ। ਸੋ ਵਨ ਸ਼ੈਲ ਹਿਟ ਹਿਸ ਜੀਪ, ਬੜਾ ਹੀ ਬੱਚਿਓ ਰੋਚਕ ਲੈਸਨ ਹੈ, ਬੜਾ ਹੀ ਮਜ਼ੇਦਾਰ ਲੈਸਨ ਹੈ। ਸੋ ਇਹਨੂੰ ਤੁਸੀਂ ਬੜੇ ਧਿਆਨ ਦੇ ਨਾਲ ਇਹਨੂੰ ਸੁਣੋ, ਬੜੇ ਧਿਆਨ ਨਾਲ ਕਾਪੀ ਡਾਊਨ ਕਰ ਲਓ ਤੇ ਇਹਨਾਂ ਸੈਂਟੈਂਸਿਸ ਨੂੰ ਬਾਰ-ਬਾਰ ਦੇਖੋ। ਇਹਦੇ ਨਾਲ ਜਿਹੜੀ ਅੰਗਰੇਜ਼ੀ ਦੀਆਂ ਜਿਹੜੀਆਂ ਟੈਂਸਿਸ ਦੀ ਬਰੀਕੀਆਂ ਨੇ ਉਹਨਾਂ ਬਾਰੇ ਤੁਹਾਨੂੰ ਬਹੁਤ ਜ਼ਿਆਦਾ ਆਤਮ ਵਿਸ਼ਵਾਸ, ਭਰੋਸਾ, ਤੁਹਾਡਾ ਕੌਨਫੀਡੈਂਸ ਵੱਧ ਜਾਏਗਾ। ਹੁਣ ਅੱਗੇ ਬੱਚੋ 6ਵਾਂ, then 4 more tanks come। ਹੁਣ ਦੇਖੋ 4 ਬਹੁਵਚਨ ਹੈ ਨਾ, ਸੋ ਇੱਥੇ ਕਮਸ ਨਹੀਂ ਆਏਗਾ, ਕਮ ਆ ਗਿਆ, ਇਹ ਹੈਗਾ ਪ੍ਰੈਜ਼ੈਂਟ ਟੈਂਸ, ਪ੍ਰੈਜ਼ੈਂਟ ਇਨਡੈਫੀਨੇਟ। ਤੇ ਹੁਣ ਬੱਚਿਓ ਕਮ ਦਾ ਸੈਕਿੰਡ ਫਾਰਮ ਕੀ ਬਣ ਜਾਂਦੀ, ਕੇਮ, ਬਸ ਇੰਨਾ ਸੌਖਾ ਹੈ। then 4 more tanks came, ਤਾਂ ਉਸ ਤੋਂ ਬਾਅਦ 4 ਹੋਰ ਟੈਂਕ ਆਏ। ਠੀਕ ਹੈ, ਇਹਦਾ ਮਤਲਬ 4 ਹੋਰ ਟੈਂਕ ਆਉਂਦੇ ਹਨ, ਇਹਦਾ ਮਤਲਬ 4 ਹੋਰ ਟੈਂਕ ਆਏ। ਠੀਕ ਹੈ, the soldiers are moving forward, ing continuous, are present, ਸੋ ਬਣ ਗਿਆ present continuous tense, are ਦਾ ਬਣ ਜਾਏਗਾ were, moving ਦਾ ਰਹੇਗਾ moving, ਇਹ ਬਣ ਗਿਆ past tense, the soldiers were moving forward। फिर आ गया बच्चों 8वां, our army has won the battle। has ਦਾ ਮਤਲਬ ਕੀ ਹੁੰਦਾ ਬੱਚਿਓ, has ਦਾ ਮਤਲਬ ਹੈਗਾ ਪਰਫੈਕਟ, ਪਰਫੈਕਟ ਆ ਗਿਆ। ਤੇ has, have ਕਿੱਥੇ ਲੱਗਦਾ ਹੈ, ਪ੍ਰੈਜ਼ੈਂਟ ਵਿੱਚ, ਸੋ ਹੈ ਗਿਆ ਪ੍ਰੈਜ਼ੈਂਟ ਪਰਫੈਕਟ। ਤੇ has ਦੀ ਪਾਸਟ ਟੈਂਸ ਕੀ ਹੁੰਦੀ ਹੈ, had, ਸੋ ਇਹ ਬਣ ਗਿਆ our army had won the battle। ਹੁਣ our army ਬੱਚਿਓ ਕੀ ਇੱਥੇ ਸਿੰਗੂਲਰ ਵਿੱਚ ਹੈਗਾ, ਸਿੰਗੂਲਰ ਹੈਗਾ, ਆਰਮੀ ਮਤਲਬ ਕਿ ਸਾਡੀ ਫੌਜ, ਇਸ ਕਰਕੇ ਆਇਆ ਇੱਥੇ has। ਠੀਕ ਹੈ, ਇਹ ਕਿਉਂਕਿ ਸਿੰਗੂਲਰ ਵਿੱਚ ਯੂਜ਼ ਹੋ ਰਿਹਾ ਹੈ, ਇੱਕ ਵਚਨ ਵਿੱਚ ਯੂਜ਼ ਹੋ ਰਿਹਾ ਹੈ, ਵੀ ਆਰਮੀ ਦਾ ਜੱਥਾ, ਪੂਰੀ ਆਰਮੀ, ਸਾਡੀ ਫੌਜ has won the battle, ਸੋ ਹੈਗਾ ਪ੍ਰੈਜ਼ੈਂਟ ਪਰਫੈਕਟ, ਤੇ has ਦਾ ਬਣ ਜਾਏਗਾ had। ਇਹ ਬੱਚੋ ਸਾਰੇ ਤੁਸੀਂ ਸੈਂਟੈਂਸਿਸ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਆਪਣੇ ਨੋਟਬੁੱਕ ਤੇ ਕਾਪੀ ਡਾਊਨ ਕਰਕੇ ਇਹਨਾਂ ਨੂੰ ਬਾਰ-ਬਾਰ ਪੜ੍ਹੋ, ਤੇ ਬਲਕਿ ਇੱਕ ਦਿਨ ਛੱਡ ਕੇ ਦੂਜੇ ਦਿਨ ਫਿਰ ਪੜ੍ਹੋ, ਫਿਰ ਤੁਸੀਂ 7-8 ਦਿਨ ਦਾ ਗੈਪ ਦੇ ਕੇ ਫਿਰ ਦੁਬਾਰਾ ਪੜ੍ਹੋ। ਇਹਨੂੰ ਅਲੱਗ-ਅਲੱਗ ਮੌਕਿਆਂ ਤੇ ਪੜ੍ਹੋਗੇ ਤਾਂ ਇਹ ਦਿਮਾਗ ਵਿੱਚ ਗੱਲ ਪੱਕੀ ਤਰ੍ਹਾਂ ਬੈਠੇਗੀ। ਇਹ ਗੱਲ ਬੱਚਿਓ ਮੈਂ ਆਪਣੇ ਤਜਰਬੇ ਤੋਂ ਦੱਸ ਰਿਹਾ, ਜਦੋਂ ਮੈਂ ਵਿਦਿਆਰਥੀ ਸੀ ਸਾਨੂੰ ਵੀ ਪਹਿਲੀ ਸ਼ੁਰੂ 'ਚ ਬੜਾ ਕਨਫਿਊਜ਼ਨ ਹੁੰਦਾ ਸੀਗਾ, ਪਰ ਜਦੋਂ ਅਸੀਂ ਅਭਿਆਸ ਕਰਦੇ ਗਏ ਬਾਰ-ਬਾਰ ਪੜ੍ਹਦੇ ਗਏ, ਫਿਰ ਗੱਲਾਂ ਦਿਮਾਗ ਵਿੱਚ ਚੰਗੀ ਤਰ੍ਹਾਂ ਬੈਠ ਗਈਆਂ। ਹੁਣ ਆ ਗਿਆ ਬੱਚਿਓ ਟਾਈਪਸ ਆਫ ਸੈਂਟੈਂਸਿਸ, ਇਹ ਵੀ ਬੜਾ ਮਹੱਤਵਪੂਰਨ ਚੀਜ਼ ਹੈ ਤੇ ਇਹਦੇ ਵਿੱਚ ਵੀ ਐਕਸਰਸਾਈਜ਼ ਹੈਗੀ ਹੈ। ਕਹਿੰਦੇ ਵੀ ਹੈਵ 4 ਮੇਨ ਕਾਈਂਡਸ ਆਫ ਸੈਂਟੈਂਸਿਸ, ਸਾਡੇ ਕੋਲ ਮੁੱਖ ਤੌਰ ਤੇ 4 ਕਿਸਮ ਦੇ ਵਾਕ ਹੁੰਦੇ ਹਨ। ਪਹਿਲੇ ਹੁੰਦਾ ਐਜ਼ਰਟਿਵ। ਐਜ਼ਰਟਿਵ ਦਾ ਕੀ ਮਤਲਬ ਹੁੰਦਾ ਬੱਚਿਓ, ਐਨ ਐਜ਼ਰਟਿਵ ਸੈਂਟੈਂਸ ਕੈਨ ਬੀ ਐਫਰਮੇਟਿਵ ਔਰ ਨੈਗੇਟਿਵ, ਇਹ ਹਾਂ ਪੱਖੀ ਵੀ ਹੋ ਸਕਦਾ ਹੈ, ਨਾ ਪੱਖੀ ਵੀ ਹੋ ਸਕਦਾ ਹੈ। ਅਰਥਾਤ ਇਹਦੇ ਵਿੱਚ ਕੋਈ ਕਥਨ ਕਰਨਾ, ਕੋਈ ਹੁਕਮ ਕਰਨਾ, ਕੋਈ ਕਥਨ ਦੇਣਾ, ਵੀ ਕੋਈ ਸਟੇਟਮੈਂਟ ਦੱਸਣੀ ਵੀ ਇਹ ਚੀਜ਼ ਇੱਦਾਂ ਹੈ। ਸ਼ੀ ਗੋਜ਼ ਟੂ ਸਕੂਲ ਡੇਲੀ, ਉਹ ਰੋਜ਼ ਸਕੂਲ ਜਾਂਦੀ ਹੈ, ਐਫਰਮੇਟਿਵ, ਹਾਂ ਪੱਖੀ। she does not go to school daily, ਉਹ ਰੋਜ਼ ਸਕੂਲ ਨਹੀਂ ਜਾਂਦੀ, ਉਹ ਨਹੀਂ ਆ ਗਿਆ ਤੇ ਨੈਗੇਟਿਵ ਸੈਂਟੈਂਸ ਹੋ ਗਿਆ। ਸੋ ਐਜ਼ਰਟਿਵ ਵਿੱਚ 2 ਕਿਸਮ ਦੇ ਹੈਗੇ ਨੇ। ਫਿਰ ਆ ਗਿਆ ਇੰਟੈਰੋਗੇਟਿਵ, ਐਨ ਇੰਟੈਰੋਗੇਟਿਵ ਸੈਂਟੈਂਸ ਆਸਕ ਅ ਕੁਐਸਚਨ, ਇਹ 'ਚ ਸਵਾਲ ਪੁੱਛਿਆ ਜਾਂਦਾ ਹੈ ਤੇ ਇਹਦੇ ਅਖੀਰ ਵਿੱਚ ਹਮੇਸ਼ਾ ਇਹ ਸਵਾਲੀਆ ਚਿੰਨ੍ਹ ਲੱਗਦਾ ਹੈ, ਕੁਐਸਚਨ ਮਾਰਕ ਲੱਗਦਾ ਹੈ, ਪ੍ਰਸ਼ਨ ਚਿੰਨ੍ਹ ਲੱਗਦਾ ਹੈ। ਸੋ ਜਿਹੜੇ ਪ੍ਰਸ਼ਨਵਾਚਕ ਵਾਕ ਹੁੰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਇੰਟੈਰੋਗੇਟਿਵ। ਇੰਟੈਰੋਗੇਟ ਹੁੰਦਾ ਬੱਚਿਓ ਪੁੱਛ-ਗਿੱਛ ਕਰਨੀ, ਸਵਾਲ ਕਰਨਾ। ਸੋ ਉਹ ਵਾਕ ਜਿਨ੍ਹਾਂ ਵਿੱਚ ਸਵਾਲ ਪੁੱਛਿਆ ਜਾਵੇ ਉਹਨਾਂ ਨੂੰ ਕਿਹਾ ਜਾਂਦਾ ਇੰਟੈਰੋਗੇਟਿਵ ਸੈਂਟੈਂਸਿਸ। ਐਗਜ਼ਾਮਪਲ ਹੈ ਡਜ਼ ਸ਼ੀ ਗੋ ਟੂ ਸਕੂਲ, ਕਿ ਉਹ ਸਕੂਲ ਜਾਂਦੀ ਹੈ। ਦੂਜਾ ਉਦਾਹਰਨ ਵੇਅਰ ਇਜ਼ ਸ਼ੀ ਗੋਇੰਗ, ਉਹ ਕਿੱਥੇ ਜਾ ਰਹੀ ਹੈ, ਸਵਾਲ ਪੁੱਛੇ ਜਾ ਰਹੇ ਨੇ। ਸੋ ਇਹ ਦੋਨੋਂ ਹੋ ਗਏ ਇੰਟੈਰੋਗੇਟਿਵ ਸੈਂਟੈਂਸ। ਤੀਜਾ ਆ ਗਿਆ ਇੰਪੈਰੇਟਿਵ। ਇੰਪੈਰੇਟਿਵ ਹੁੰਦਾ ਬੱਚਿਓ, ਐਨ ਇੰਪੈਰੇਟਿਵ ਸੈਂਟੈਂਸ ਇੰਡੀਕੇਟਡ ਸਮ ਰਿਕੁਐਸਟ, ਵਿਸ਼, ਪ੍ਰੇਅਰ ਔਰ ਆਰਡਰ। ਕੋਈ
ਬੇਨਤੀ ਕੀਤੀ ਜਾਵੇ, ਕੋਈ ਹੁਕਮ ਦਿੱਤਾ ਜਾਵੇ, ਕੋਈ ਅਰਦਾਸ ਕੀਤੀ ਜਾਵੇ, ਕੋਈ ਇੱਛਾ ਜ਼ਾਹਰ ਕੀਤੀ ਜਾਵੇ, ਉਹਨੂੰ ਕਿਹਾ ਜਾਂਦਾ ਇੰਪੈਰੇਟਿਵ ਟੈਸਟ। ਜਿੱਦਾਂ ਸਵਿਚ ਔਨ ਦਾ ਲਾਈਟਸ, ਲਾਈਟ ਔਨ ਕਰ ਦੋ, ਇਹ ਕੀ ਹੁਕਮ ਹੈਗਾ। ਆਲਵੇਜ਼ ਟੈਲ ਦਾ ਟਰੁਥ, ਹਮੇਸ਼ਾ ਸੱਚ ਬੋਲੋ, ਇਹ ਵੀ ਇੱਕ ਹਿਦਾਇਤ ਹੈਗੀ ਹੈ, ਇੱਕ ਪ੍ਰੇਅਰ, ਇੱਕ ਵਿਸ਼ ਹੈਗੀ ਹੈ, ਮਤਲਬ ਕਿ ਇੱਕ ਹੁਕਮ ਵੀ ਕਹਿ ਲਓ ਜਾਂ ਇੱਕ ਐਡਵਾਈਸ, ਸਲਾਹ ਦਿੱਤੀ ਜਾ ਰਹੀ ਹੈ। ਆਲਵੇਜ਼ ਟੈਲ ਦਾ ਟਰੁਥ। ਫਿਰ ਆ ਗਿਆ ਬੱਚੋ ਐਕਸਕਲੇਮੇਟਰੀ। ਐਕਸਕਲੇਮੇਟਰੀ ਨੇ ਵਿਸਮਕ, ਜਿਹਨੂੰ ਅਸੀਂ ਪੰਜਾਬੀ 'ਚ ਨੇ ਵਿਸਮਕ ਵਾਕ। ਐਨ ਐਕਸਕਲੇਮੇਟਰੀ ਸੈਂਟੈਂਸ ਐਕਸਪ੍ਰੈਸਿਸ, ਜ਼ਾਹਰ ਕਰਦਾ ਹੈ ਸਮ ਸਡਨ ਇਮੋਸ਼ਨ, ਅਚਾਨਕ ਉਭਰਿਆ ਕੋਈ ਭਾਵ, ਕੋਈ ਜਜ਼ਬਾ, ਕਿਹੜਾ? ਆਫ ਸਰਪ੍ਰਾਈਜ਼, ਹੈਰਾਨੀ ਦਾ, ਖੁਸ਼ੀ ਦਾ, ਦੁੱਖ ਦਾ। ਜਦੋਂ ਦੁੱਖ, ਖੁਸ਼ੀ, ਚਿੰਤਾ, ਡਰ ਪ੍ਰਗਟ ਕਰਨਾ ਹੋਵੇ ਤਦ ਅਸੀਂ ਕਹਿੰਦੇ ਹਾਂ ਵਿਸਮਕ, ਐਕਸਕਲੇਮੇਟਰੀ। ਜਿੱਦਾਂ what a lovely rose it is, ਕਿੰਨਾ ਪਿਆਰਾ ਗੁਲਾਬ ਦਾ ਫੁੱਲ ਹੈ, ਮਤਲਬ ਖੁਸ਼ੀ। how brave ਅਬਦੁਲ ਹਮੀਦ was, ਅਬਦੁਲ ਹਮੀਦ ਕਿੰਨਾ ਬਹਾਦਰ ਸੀ, ਹੈਰਾਨੀ ਵਾਲੀ ਗੱਲ ਹੈ। ਤੇ ਇਹਦੇ ਅੱਗੇ ਬੱਚੇ ਲੱਗਦਾ ਹੈ ਇਹ ਵਿਸਮਕ ਚਿੰਨ, ਇਹ ਆ ਗਿਆ ਵਿਸਮਕ ਚਿੰਨ। ਠੀਕ ਹੈ, ਆਓਗੇ ਦੇਖਿਓ ਹੁਣ ਐਕਸਰਸਾਈਜ਼। ਹੁਣ ਆ ਗਈ ਐਕਸਰਸਾਈਜ਼, ਕਹਿੰਦੇ ਰਾਈਟ 2 sentences of your own, ਆਪਣੇ ਵੱਲੋਂ 2 ਸੈਂਟੈਂਸ ਲਿਖੋ ਫॉर ਈਚ ਆਫ ਦੀ ਅਬਵ ਕਾਈਂਡਸ। ਜਿਹੜੇ 4 ਕਿਸਮ ਦੇ ਸੈਂਟੈਂਸ ਤੁਹਾਨੂੰ ਸਮਝਾਏ ਨੇ, ਹਰ ਇੱਕ ਕਿਸਮ ਦੇ ਵਾਕ ਦੇ 2 ਉਦਾਹਰਣ ਲਿਖੋ। ਹੁਣ ਬੱਚਿਆਂ ਲਿਖ ਦਿੱਤੇ ਤੁਹਾਡੇ ਲਈ, ਬਾਕੀ ਤੁਸੀਂ ਵੀ ਇਧਰੋਂ ਦੀ ਪ੍ਰੇਰਨਾ ਲੈ ਕੇ, ਇਧਰੋਂ ਦੀ ਆਈਡੀਆ ਲੈ ਕੇ ਆਪਣੇ ਵੱਲੋਂ ਲਿਖੋ। ਸੋ ਪਹਿਲਾ ਗਰੁੱਪ ਹੈ ਐਜ਼ਰਟਿਵ ਸੈਂਟੈਂਸਸ। ਦੀ ਸਨ ਰਾਈਜ਼ਸ ਇਨ ਦੀ ਈਸਟ, ਸੂਰਜ ਪੂਰਬ ਵਾਲੇ ਪਾਸੇ ਚੜ੍ਹਦਾ ਹੈ, ਇਹ ਸਟੇਟਮੈਂਟ ਹੈ, ਐਜ਼ਰਟਿਵ ਹੈ। ਹੀ ਡਜ਼ ਨਾਟ ਵੇਸਟ ਟਾਈਮ ਵਾਚਿੰਗ ਟੀਵੀ, ਉਹ ਟੀਵੀ ਦੇਖ ਕੇ ਆਪਣਾ ਸਮਾਂ ਬਰਬਾਦ ਨਹੀਂ ਕਰਦਾ। ਠੀਕ ਹੈ, ਇਹ ਆ ਗਿਆ ਨੈਗੇਟਿਵ ਵਿੱਚ ਆ ਗਿਆ, ਇਹ ਐਫਰਮੇਟਿਵ ਆ ਗਿਆ, ਇਹ ਨੈਗੇਟਿਵ ਆ ਗਿਆ। ਠੀਕ ਹੈ, ਫਿਰ ਇੰਟੈਰੋਗੇਟਿਵ ਸੈਂਟੈਂਸ ਆ ਗਿਆ, ਸਵਾਲੀਆ ਚਿੰਨ, ਸਵਾਲੀਆ ਜਿਹੜੇ ਵਾਕ। ਹੈਵ ਯੂ ਰੈਡ ਪ੍ਰੋਫੈਸਰ ਸਾਹਿਬ ਸਿੰਘ ਆਟੋਬਾਇਓਗ੍ਰਾਫੀ, ਕੀ ਤੁਸੀਂ ਪ੍ਰੋਫੈਸਰ ਸਾਹਿਬ ਸਿੰਘ ਦੀ ਸਵੈ ਜੀਵਨੀ, ਬਾਇਓਗ੍ਰਾਫੀ ਹੁੰਦੀ ਜੀਵਨੀ, ਆਟੋਬਾਇਓਗ੍ਰਾਫੀ ਦੀ ਸਵੈ ਜੀਵਨੀ, ਜਿਹੜੀ ਜੀਵਨੀ ਬੰਦੇ ਨੇ ਆਪਣੀ ਜੀਵਨੀ ਆਪ ਲਿਖੀ ਹੋਵੇ ਉਹਨੂੰ ਕਿਹਾ ਜਾਂਦਾ ਹੈ ਆਟੋਬਾਇਓਗ੍ਰਾਫੀ। ਹੈਵ ਯੂ ਰੈਡ ਪ੍ਰੋਫੈਸਰ ਸਾਹਿਬ ਸਿੰਘ ਆਪਣਾ ਆਟੋਬਾਇਓਗ੍ਰਾਫੀ, ਕੀ ਤੁਸੀਂ ਪ੍ਰੋਫੈਸਰ ਸਾਹਿਬ ਸਿੰਘ ਦੀ ਸਵੈ ਜੀਵਨੀ ਪੜ੍ਹੀ ਹੈ। ਤੇ ਅਗਲਾ, ਵਟ ਇਜ਼ ਦੀ ਪ੍ਰਾਈਸ ਆਫ ਦਿਸ ਸ਼ਰਟ, ਇਸ ਕਮੀਜ਼ ਦੀ, ਇਸ ਝੱਗੇ ਦੀ ਕੀ ਕੀਮਤ ਹੈ। ਸੋ ਇਹ ਵੀ ਇੰਟੈਰੋਗੇਟਿਵ ਹੈ। ਅਗਲਾ ਆ ਗਿਆ ਹੁਣ ਇੰਪੈਰੇਟਿਵ। ਐਕਸਰਸਾਈਜ਼ ਡੇਲੀ ਐਂਡ ਸਟੇ ਫਿਟ, ਰੋਜ਼ ਵਰਜਿਸ਼ ਕਰੋ ਅਤੇ ਤੰਦਰੁਸਤ ਰਹੋ। ਬ੍ਰਿੰਗ ਮੀ ਅ ਗਲਾਸ ਆਫ ਵਾਟਰ, ਮੇਰੇ ਲਈ ਇੱਕ ਗਲਾਸ ਪਾਣੀ ਦਾ ਇੱਕ ਗਲਾਸ ਲੈ ਕੇ ਆਓ। ਫਿਰ ਆ ਗਿਆ ਐਕਸਕਲੇਮੇਟਰੀ ਸੈਂਟੈਂਸਸ। ਵਾਟ ਅ ਬਿਊਟੀਫੁਲ ਸੀਨ, ਕਿੰਨਾ ਸੋਹਣਾ ਦ੍ਰਿਸ਼ ਹੈ। ਵਾਟ ਅ ਟੈਰੀਬਲ ਮੂਵੀ, ਕਿੰਨੀ ਬਕਵਾਸ ਫਿਲਮ ਹੈ। ਸੋ ਐਸੀ ਪਿਆਰੇ ਵਿਦਿਆਰਥੀਓ ਉਦਾਹਰਣ ਤੇ ਐਸੀ ਤੁਹਾਡੀ ਜਿਹੜੀ ਐਕਸਰਸਾਈਜ਼ ਆਫ ਚੈਪਟਰ 1 ਲੈਸਨ 1 ਪ੍ਰੋਜ਼ 1 ਅਬਦੁਲ ਹਮੀਦ ਗ੍ਰਾਮਰ ਇਨ ਯੂਜ਼। ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਡਟ ਕੇ ਮਿਹਨਤ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓਜ਼ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।